प्रोग्राम का नाम है मेरा इंतखाब सुखन। लोगों ने बहुत पसंद किए। हमारी खुशकिस्मती है कि आज फिर हमारे साथ नामवर मशहूर शायर मोहम्मद रमज़ान शाइक नसीर पुरी, ये है उनका मुकम्मल नाम। उन्होंने 2 पंजाबी में नज़में सुनाई, 2 उर्दू में सुनाई, बड़ा मज़ा आया। तो मैं उनके पास आज फिर चलूँगा, वो हमारी महफिल की फिर रौनक बने हैं। और मेरी दरख्वास्त पे अभी मैंने उनको टेलीफोन किया है। शायर तो हमेशा तैयार रहते हैं, कुछ उनके ज़हन में होता है कलाम, कुछ उनकी जेब में होता है, कुछ डायरी में होता है, कुछ मोबाइल पे होता है। जी अस्सलाम वालेकुम। जी वालेकुम सलाम व रहमतुल्लाह व बरकातहू। तुसी ठीक ठाक जे? अल्हम्दुलिल्लाह तुहाड़ियां दुआवां ने। हाँ जी माशाल्लाह। तुसी मैंने दस रहे सी 82 बहारां देख चुके जे जिंदगी दियां, माशाल्लाह नशेब व फराज देख चुके जे। शायरी का शौक तुहानू कित्थों पैदा हो गया? किन्ने दिल तोड़िया ते तुसी शायर बन गए? किसी प्रोग्राम च मैं दसांगा। मैं अपनी बेटी नू 6ਵੀਂ ਚ उसले पढ़ती सी, जिसले मैं लीबिया ਹੁੰਦਾ ਸਾਂ। उसले मैं सोच रहा था कि बेटियां नू ਤੋਰਿਆ ਜਾਂਦਾ है ਤੇ ਉਹਦੇ ਵਾਸਤੇ ਰਿਸ਼ਤੇ किस तरह ਪੁੱਛੇ ਜਾਂਦੇ ਨੇ, कौन ਪਹਿਲ ਕਰਦਾ ਹੈ, ਕੀ ਹੋਏਗਾ। ਤੇ ਉੱਥੇ ਬੈਠਿਆਂ ਬਸ ਉਸ ਖਿਆਲ ਦੇ ਵਿੱਚ ਫਿਰ ਮੈਂ ਉਹ ਇੱਕ ਨਜ਼ਮ ਲਿਖੀ ਸੀ। ਉਸ ਬੇਟੀ ਨੂੰ ਤੋਰਿਆ ਉਸ ਵਕਤ ਮੈਂ ਜਿਹੜੇ 6ਵੀਂ ਚ ਪੜ੍ਹਦੀ ਸੀ। अच्छा ਫਿਰ ਮੈਂ ਤੁਹਾਨੂੰ ਉਹ ਵੀ ਨਜ਼ਮ ਮੈਂ ਸੁਣਾਵਾਂਗਾ ਕਦੀ, ठीक इंशाअल्लाह। हाँ जी, ਇਹਦਾ ਮਤਲਬ ਅੱਧੀ ਸਦੀ ਤੋਂ ਜ਼ਿਆਦਾ ਹੋ ਗਿਆ ਤੁਹਾਨੂੰ ਸ਼ਾਇਰੀ ਕਰਦਿਆਂ। ਜੀ ਬਿਲਕੁਲ। ਤੇ ਲੇਕਿਨ ਸ਼ਾਇਰ ਤੇ ਆਪਣੀ ਗਜ਼ਲਾਂ ਪਸੰਦ ਕਰਦੇ ਆ। ਤੁਹਾਡੀ ਪਸੰਦੀਦਾ ਵੀ ਕੋਈ ਨਾ ਕੋਈ ਸ਼ਾਇਰ ਹੋਣੇ ਨੇ ਪੂਰੀ ਦੁਨੀਆ ਦੇ ਵਿੱਚ, ਇੰਡੀਆ 'ਚ, ਪਾਕਿਸਤਾਨ 'ਚ ਬੇਹਤਰੀਨ ਨਾਮਵਰ ਸ਼ੋਰਾ ਨੇ। ਤੇ ਕੋਈ ਆਪਣੀ ਪਸੰਦੀਦਾ ਸ਼ਾਇਰ ਦਾ ਦੱਸ ਸਕਦੇ ਜੀ ਕੌਣ ਨੇ? ਜੀ ਮੇਰੇ ਇੱਕ ਤੇ ਸਾਕਬ ਜ਼ੀਰਵੀ ਸਾਹਿਬ ਸਨ। ਹਾਂਜੀ। ਔਰ ਅੱਜ ਕੱਲ ਆਬਦ ਸਾਹਿਬ ਨੇ, ਕੈਨੇਡਾ ਹੁੰਦੇ ਨੇ। ਅੱਛਾ। ਤੇ ਤੀਸਰੇ ਸਦੀਕੀ ਸਾਹਿਬ ਨੇ। ਅੱਛਾ ਮਾਸ਼ਾਅੱਲਾ। ਤੇ ਹੋਰ ਕੋਈ ਜਿਹੜੇ ਇਹ ਤੇ ਹੈ ਨੇ ਨਾ ਮਾਸ਼ਾਅੱਲਾ, ਕੋਈ ਐਸੇ ਸ਼ਾਇਰ ਜੋ ਜਿਹੜੇ ਗੁਜ਼ਰ ਗਏ ਨੇ, ਉਹਨਾਂ ਦੇ ਬਾਰੇ 'ਚ ਕੋਈ ਦੱਸਣਾ ਚਾਹੁੰਦੇ ਜੇ? ਤੇ ਉਹਨਾਂ ਦੇ ਵਿੱਚ ਗਾਲਿਬ ਬਹੁਤ ਪਸੰਦ ਸੀ। ਅੱਛਾ, ਗਾਲਿਬ ਤੱਕ ਪਹੁੰਚ ਗਏ ਜੀ, ਬੜੀ ਬਾਤ ਹੈ। ਗਾਲਿਬ ਔਰ ਮਨੀਰ। ਅੱਛਾ, ਮਨੀਰ ਨਿਆਜ਼ੀ ਦੇ ਤੇ ਸ਼ੇਰ ਜਿਹੜੇ ਨੇ ਜ਼ਬਰਦਸਤ ਨੇ। ਤੇ ਕਿਉਂਕਿ ਅਸੀਂ ਚੰਦ ਦਿਨ ਹੋਏ ਕਿ ਫੈਜ਼ ਅਹਿਮਦ ਫੈਜ਼ ਸਾਹਿਬ ਦੇ ਉੱਤੇ ਪ੍ਰੋਗਰਾਮ ਕੀਤਾ, ਉਹਨਾਂ ਦੀ ਗਜ਼ਲ ਪੜ੍ਹੀ ਹਮਾਰੇ ਸਾਡੇ ਬਹੁਤ ਪਿਆਰੀ ਖੂਬਸੂਰਤ ਆਵਾਜ਼ 'ਚ। ਤੇ ਮੈਂ ਕਿਹਾ ਕਿ ਸ਼ਾਇਦ ਫੈਜ਼ ਸਾਹਿਬ ਦੇ ਵੀ ਕੁਛ ਤੁਸੀਂ ਹੋਵੋਗੇ। ਤੇ ਚਲੋ ਹੁਣ ਆਪਣਾ ਕੋਈ ਕਲਾਮ ਸੁਣਾ ਦਿਓ, ਸਾਡੀ ਪਸੰਦੀਦਾ। ਤੇ ਤੁਸੀਂ ਜੇ ਤੁਹਾਡਾ ਅਸੀਂ ਪੈਗਾਮ ਸੁਣਾਂਗੇ, ਸ਼ੇਰ ਸੁਣਾਂਗੇ, ਤੁਹਾਡੀ ਨਜ਼ਮ ਸੁਣਾਂਗੇ, ਨਾਜ਼ਰੀਨ ਮਹਿਜ਼ੂਜ਼ ਹੋਣਗੇ, ਨਾਜ਼ਰੀਨ ਦਾ ਹੌਸਲਾ ਵਧੇਗਾ। ਜਿਨ੍ਹਾਂ ਨੂੰ ਸ਼ਾਇਰੀ ਨਹੀਂ ਵੀ ਆਉਂਦੀ ਹੈ, ਤੁਹਾਡੇ ਵੱਲ ਦੇਖ ਕੇ ਤੇ ਸ਼ੇਰੋ ਸ਼ਾਇਰੀ ਕਰਨਾ ਸ਼ੁਰੂ ਹੋਣਗੇ। ਹਾਂਜੀ ਅਰਸ਼ਾਦ ਜੀ। ਪੰਜਾਬੀ ਬੰਦ ਨੇ, ਤੁਸੀਂ ਪੰਜਾਬੀ ਦਾ ਕਿਹਾ ਸੀ ਤੇ ਮਜ਼ਾਹੀਆ ਦੀ ਕਹੀ ਸੀ। ਮਜ਼ਾਹੀਆ ਵੀ ਹੈ ਤੇ ਪੰਜਾਬੀ ਵੀ ਹੈ। ਅੱਛਾ ਜੀ। ਜੀ अर्ज ਕੀਤਾ ਕਿ ਕਦੀ ਮੈਂ ਲਿਖੀ ਸੀ ਇੱਕ ਗਜ਼ਲ, ਸਰਨਾਮਾ ਮੈਂ ਉਸ ਦਾ ਰੱਖਿਆ ਤਾਜ ਮਹਲ। ਅੱਛਾ। ਇੱਕ ਦਿਨ ਉਹ ਮੇਰੇ ਘਰ ਜੋ ਆਏ, ਹੋ ਗਏ ਲਾਲ ਪੀਲੇ ਜਦੋਂ ਪੜ੍ਹੀ ਮੇਰੀ ਗਜ਼ਲ। ਅੱਛਾ ਲੋ, ਤੁਹਾਡੀ ਗਜ਼ਲ ਨੇ ਤੇ ਕਮਾਲ ਕਰਤਾ। ਅੱਛਾ ਜੀ, ਲਾਲ ਪੀਲੇ ਕਰ ਦਿੱਤਾ ਜੀ। ਇਹ ਨਿੱਕੇ ਹੁੰਦਿਆਂ ਦੀ ਗੱਲ ਏ, ਇਹ ਗੱਲ ਅੱਜ ਕੱਲ ਦੀ ਨਹੀਂ। ਅੱਛਾ। ਪੂਰੇ ਜੀਵਨ ਦੀ ਲਿਖੀ ਸੀ ਕਹਾਣੀ, ਇਹ ਪਲ ਦੋ ਪਲ ਦੀ ਨਹੀਂ। ਵਾਹ ਜੀ ਵਾਹ, ਨਿੱਕਿਆਂ ਹੁੰਦਿਆਂ ਦੀ ਗੱਲ ਜੇ। ਨਾਜ਼ਰੀਨ ਦੇਖ ਲਓ ਕਿ ਬਚਪਨ ਦੀਆਂ ਗੱਲਾਂ ਵੀ ਯਾਦ ਆਈਆਂ ਨੇ, ਬੁਢਾਪੇ 'ਚ ਬਹੁਤੀਆਂ ਯਾਦ ਆਉਂਦੀਆਂ ਨੇ। ਦੁਬਾਰਾ ਜੀ, ਨਿੱਕੇ ਹੁੰਦਿਆਂ ਦੀ ਗੱਲ ਏ, ਇਹ ਨਿੱਕੇ ਹੁੰਦਿਆਂ ਦੀ ਗੱਲ ਏ, ਇਹ ਗੱਲ ਅੱਜ ਕੱਲ ਦੀ ਨਹੀਂ ਜੀ। ਪੂਰੇ ਜੀਵਨ ਦੀ ਲਿਖੀ ਸੀ ਕਹਾਣੀ, ਇਹ ਪਲ ਦੋ ਪਲ ਦੀ ਨਹੀਂ। अच्छा, वो एक शायर है ना इंडिया का, मैं पल दो पल का शायर हूँ, पल दो पल मेरी कहानी है। ਇਹ ਤੁਸੀਂ ਹਾਂਜੀ, ਇਹ ਲੱਗਦਾ ਹੈ ਕਿ ਉਹਨਾਂ ਦੀ ਤੁਸੀਂ ਨਕਲ ਉਤਾਰ ਦਿੱਤੀ ਕਿ ਇਹ ਤੁਹਾਨੂੰ ਬਚਪਨ ਯਾਦ ਆ ਗਿਆ। ਹਾਂਜੀ ਅਰਸ਼ਾਦ ਸੁਣਾਓ ਜੀ। ਪਰ ਦੇਖੋ ਕਿਸਮਤ ਕਿਦਾਂ ਫੁੱਟੀ ਮੇਰੀ, ਆਏ ਹਾਏ, ਕਿਵੇਂ ਵਿਗੜੇ ਸਨ ਨਸੀਬ ਮੇਰੇ। ਅੱਲਾ ਰਹਿਮ ਕਰੇ। ਮੁੱਦਤਾਂ ਪਿੱਛੋਂ ਉਹ ਆਏ ਸਨ, ਅੱਜ ਥੋੜਾ ਜਿਹਾ ਕਰੀਬ ਨੇ। ਅੱਛਾ, ਇਹ ਸ਼ਾਇਰ ਜਿਹੜੇ ਨੇ ਇਹ ਗਮਗੀਨ ਕਿਉਂ ਰਹਿੰਦੇ ਨੇ? ਨਾਲ ਨਾਲ ਤਬਸਰਾ ਵੀ ਕਰੋ ਨਾ ਕਿ ਅਕਸਰ ਸ਼ਾਇਰ ਗਮਗੀਨ ਰਹਿੰਦੇ ਨੇ ਤੇ ਤੁਸੀਂ ਵੀ ਗਮਗੀਨ ਰਹਿੰਦੇ ਜੇ ਕਿ ਹੱਸੀ ਖੁਸ਼ੀ? ਨਹੀਂ, ਅੱਲਾਹ ਤਾਲਾ ਦਾ ਸ਼ੁਕਰ ਹੈ, ਮੌਕੇ ਮਾਹੌਲ ਦੇ ਮੁਤਾਬਕ ਲਿਖ ਲਈਦਾ ਜੋ ਕੁਝ ਵੀ ਹੁੰਦਾ। ਗਮਗੀਨ ਰਹਿਣ ਵਾਲੀ ਕਿਹੜੀ ਗੱਲ ਹੈ? ਨਹੀਂ, ਕਿਉਂਕਿ ਹੱਸੀ ਮਜ਼ਾਕ ਵੀ ਤਾਂ ਹੋਣਾ ਚਾਹੀਦਾ ਨਾ। ਤੁਹਾਡੇ ਕੋਲੋਂ ਨਹੀਂ ਪੁੱਛਣਾ ਤੇ ਕਿੰਨਾ ਕੋਲ ਪੁੱਛਣਾ। ਸ਼ਾਇਰਾਨਾ ਜ਼ਿੰਦਗੀ ਜਿਨ੍ਹਾਂ ਨੂੰ ਪਾਈਏ
ਤੇ ਇਹ ਗਮਗੀਨ ਜਿਹਾ ਮੈਨੂੰ ਸ਼ੇਰ ਲੱਗਾ ਸੀ ਤੇ ਮੈਂ ਕਿਹਾ ਸ਼ਾਇਦ ਕਿਤੇ ਗਮ ਚ ਡੁੱਬਿਆ ਕਿਤੇ ਨਹਿਰ ਤੇ ਜਾਂ ਚਨਾਬ ਦੇ ਕਿਨਾਰੇ ਤੇ ਤੁਸੀਂ ਜਾ ਕੇ ਲਿਖਿਆ ਹੈ। ਉਹ ਮਜ਼ਾ ਹੀ ਇਹਦੇ ਵਿੱਚ, ਫਿਰ ਤੁਹਾਨੂੰ ਪਤਾ ਵੀ ਸਾਰੀਆਂ ਗੱਲਾਂ ਦੱਸਣੀਆਂ ਪੈਂਦੀਆਂ ਨੇ। ਅੱਛਾ, ਤੇ ਕਦੀ ਚਨਾਬ ਦੇ ਕਿਨਾਰੇ ਤੇ ਵੀ ਜਾ ਕੇ ਕਦੀ ਬੈਠੇ ਜੇ ਖੂਹੀ ਤੇ ਜਾਂ ਕਿਤੇ ਇਲਾਕੇ ਕਿੱਥੇ ਬੈਠਦੇ ਹੁੰਦੇ ਚਨਾਬ ਦੇ ਕਿਨਾਰੇ ਤੇ? ਨਹੀਂ, ਇਹ ਲੀਬੀਆ ਹੀ ਹੁੰਦਾ था ਤੇ ਉੱਥੇ ਇੱਕ ਬਿਲਡਿੰਗ ਬਣ ਰਹੀ ਸੀ ਬਹੁਤ ਉੱਚੀ, ਅੱਛਾ 80 ਫੁੱਟ ਉੱਚੀ। ਅੱਛਾ, ਤੇ ਉਸ ਉਚਾਈ ਤੇ ਜਾ ਕੇ ਲਈ ਸੀ। ਉਹ 80 ਫੁੱਟ ਤੁਸੀਂ ਚਲ ਗਿਆ ਤੇ ਆਪਣੀ ਪਿਆਰੀ ਬਸਤੀ ਦੀਆਂ ਪਹਾੜੀਆਂ ਯਾਦ ਆ ਗਈਆਂ ਜਿਹੜੀਆਂ ਉੱਚੀਆਂ ਉੱਚੀਆਂ ਸੀ, ਉੱਥੇ ਬੁੱਤ ਤੇ ਜਾ ਕੇ ਵੀ ਤੇ ਨਜ਼ਮਾਂ ਤੇ ਗਜ਼ਲਾਂ ਪੜ੍ਹਦੇ ਰਹਿੰਦੇ ਸੀ। ਜੀ। ਹਾਂਜੀ। ਤੇ ਮੈਂ ਵੇਖਿਆ ਉਹਨੂੰ ਆਪਣੇ ਘਰ, ਮੈਨੂੰ ਤੇ ਆਪੋ ਧਾਪੀ ਪੈ ਗਈ। ਅੱਛਾ। ਹੱਥਾਂ ਦੇ ਤੋਤੇ ਉੜ ਗਏ, ਨਾਲੇ ਪੈਰੀ ਜੁੱਤੋਂ ਲੈ ਗਈ। ਓਹ। ਪੈਰੋਂ ਜੁੱਤੀ ਲੈ ਗਈ। ਅੱਛਾ। ਤੇ ਮੈਂ ਛੇਤੀ ਨਾਲ ਬਾਜ਼ਾਰ ਗਿਆ। ਅੱਛਾ। ਉਸ ਲਈ ਆਂਦੀ 7 ਅਪ। ਅੱਛਾ। ਘਰ ਵੜਦੇ ਹੀ ਮੈਨੂੰ ਵੇਖ ਕੇ ਉਹਨੇ ਕਾਪੀ ਦਿੱਤੀ ਠੱਪ। ਅੱਛਾ ਅੱਛਾ ਅੱਛਾ। ਤੇ ਨਹੀਂ ਤੇ ਉਹ ਵੀ ਕੋਈ ਸ਼ਾਇਰ ਸੀ ਜਿਹੜੇ ਕਾਪੀ ਠੱਪੀ ਗਈ ਹੈ ਤੇ 7 ਅਪ ਦਾ ਉਦੋਂ ਇਸ ਟਾਈਮ ਦੌਰ ਹੁੰਦਾ ਸੀ। ਆਹੋ। ਚਲੋ ਜੀ, ਬੜੀ ਜ਼ਬਰਦਸਤ। ਤੁਸੀਂ ਲੀਬੀਆ ਦੇ ਵਿੱਚ ਤੇ ਝੁਕੇ ਹੋਏ ਸਨ ਉਹ ਮੇਜ਼ ਤੇ, ਮੇਰੀ ਰੱਖੀ ਹੋਈ ਇੱਕ ਕਾਪੀ ਤੇ ਅੱਛਾ ਉਂਗਲੀ ਰੱਖੀ ਹੋਈ ਸੀ ਬੁੱਲਾਂ ਤੇ ਦੂਜਾ ਹੱਥ ਰੱਖਿਆ ਸੀ ਵੱਖੀ ਤੇ। ਕਿਉਂ ਵੱਖੀ ਤੇ ਕਿਉਂ ਹੱਥ ਰੱਖ ਲਿਆ? ਇਹ ਅੱਗੇ ਪਤਾ ਲੱਗੇਗਾ ਨਾ, ਸੁਣੋ। ਅੱਛਾ। ਸਿਰ ਉਹਨਾਂ ਨੇ ਚੁੱਕਿਆ ਤੇ ਮੈਂ ਵੇਖਿਆ। ਅੱਛਾ। ਰੰਗ ਚਿਹਰੇ ਦਾ ਫੱਕ ਸੀ। ਅੱਛਾ। ਉਹਨੂੰ ਵੇਖ ਕੇ ਮੈਨੂੰ ਕੁਝ ਵਿਗੜਨ ਦਾ ਪੈ ਗਿਆ ਸ਼ੱਕ ਸੀ। ਅੱਛਾ। ਮੈਂ ਡਰਦੇ ਹੋਏ ਕਿਹਾ, ਮੇਰੀ ਜਾਨ ਤੂੰ ਪਰੇਸ਼ਾਨ ਕਿਉਂ ਹੈ? ਓਹੋ। ਬੋਲੇ ਜਿਸੇ ਬਕਵਾਸ ਲਿਖੀ ਹੈ ਉਹ ਰਮਜ਼ਾਨ ਤੂੰ ਹੈ। ਨਹੀਂ, ਬੜਾ ਜ਼ਬਰਦਸਤ। ਸਾਡੇ ਵਾਸਤੇ ਤੇ ਬੜਾ ਹੀ ਜ਼ਬਰਦਸਤ, ਕਿਉਂਕਿ ਨਾਜ਼ਰੀਨ ਨੂੰ ਦੱਸਦੀ ਕਿ ਹਰ ਸ਼ੇਰ ਤੇ ਕੁਝ ਮਜ਼ਾਕ ਮਜ਼ੂਕ ਵੀ ਤਾਂ ਕਰਨਾ ਨਾ। ਬਾਅਦ ਲੋਕ ਸ਼ਿਕਵਾ ਕਰਨਗੇ ਕਿ ਤੁਸੀਂ ਸਾਨੂੰ ਨਜ਼ਮ ਨਹੀਂ ਸੁਣ ਦਿੱਤੀ। ਨਜ਼ਮਾਂ ਇਹਨਾਂ ਕੋਲ ਬੜੀਆਂ ਨੇ, ਲੇਕਿਨ ਮੇਰਾ ਇੰਤਖਾਬੇ ਸੁਖਨ ਦੇ ਵਿੱਚ ਸ਼ੇਰਾਂ ਦੇ ਉੱਤੇ ਥੋੜਾ ਜਿਹਾ ਤਬਸਰਾ ਇਹ ਵੀ ਪੁੱਛ ਲਿਆ ਤੁਹਾਨੂੰ ਕਿ ਲੀਬੀਆ ਤੁਸੀਂ 80 ਫੁੱਟ ਬਿਲਡਿੰਗ ਤੇ ਜਾ ਕੇ ਪੜ੍ਹੀ ਤੇ ਲੀਬੀਆ ਦੇ ਹਾਲਾਤ ਦੱਸ ਦਿਓ। ਉਸ ਟਾਈਮ ਇੱਕ ਲੀਬੀਆ ਬੜੀ ਵੱਡੀ ਤਾਕਤ ਹੁੰਦਾ ਸੀ ਇਸਲਾਮੀ ਮੁਲਕਾਂ 'ਚ, ਤੇ ਕੈਸੇ ਸੀ ਉਸ ਟਾਈਮ ਹਾਲਾਤ? ਉਸ ਵਕਤ ਬਹੁਤ ਅੱਛੇ ਸਨ। ਅੱਛਾ। ਬਹੁਤ ਅੱਛੇ ਸਨ। ਤੇ ਕਿੰਨੇ ਸਾਲ ਰਹੇ ਸੀ ਲੀਬੀਆ? ਮੈਂ ਕਰੀਬਨ 18-19 ਸਾਲ ਤੇ ਲੇਕਿਨ ਹੁਣ ਜਦੋਂ ਹਾਲਾਤ ਦੇਖਦੇ ਨੇ ਤੇ ਖੂਨ ਦੇ ਆਂਸੂ ਰੋਏ ਜਾਂਦੇ ਨੇ, ਤੇ ਹੁਣ ਨਹੀਂ ਕਦੀ ਉਹਦੇ ਤੇ ਗਜ਼ਲ ਜਾਂ ਨਜ਼ਮ ਪੜ੍ਹੀ? ਨਹੀਂ, ਹੁਣ ਕੀ ਪੜ੍ਹਨੀ ਹੈ ਤੇ ਕੀ ਲਿਖਣੀ ਹੈ, ਨਾਲੇ ਹੁਣ ਉਮਰ ਵੀ ਏਡੀ ਹੋ ਗਈ ਹੈ ਕਿ ਲਿਖੀ ਦਾ ਕੋਈ ਤੇ ਲਿਖਿਆ ਜਾਂਦਾ ਕੋਈ। ਅੱਛਾ। ਚਲੋ, ਲੀਬੀਆ ਦੀਆਂ ਗੱਲਾਂ ਆ ਗਈਆਂ ਤੇ ਲੀਬੀਆ ਉਦੋਂ ਗਏ ਸੀ ਕਿ 2-3 ਹਜ਼ਾਰ ਰੁਪਏ ਟੁਰ ਗਏ ਸੀ। ਕੀ ਤਨਖਾਹ ਲੱਗੀ ਸੀ? ਕਿਹਨਾਂ ਨੇ ਤੁਹਾਨੂੰ ਕਿਹਾ ਕਿ ਇੱਥੋਂ ਤੇ ਮੈਨੂੰ ਜਾਣ ਲੱਗਿਆ ਏਜੰਟ ਨੇ ਕਿਹਾ ਕਿ ਉੱਥੇ ਤੈਨੂੰ 80 ਦਿਨਾਰ ਮਿਲਣਗੇ, ਉਹ ਚ ਤੂੰ 60-70 ਖਾ ਜਾਣੇ ਤੇ 15-16 ਦਿਨਾਰਾਂ ਨੂੰ ਤੂੰ ਕੀ ਕਰੇਗਾ? ਅੱਛਾ। ਮੈਂ ਕਿਹਾ ਤੂੰ ਮੈਨੂੰ ਘੱਲ ਸਹੀ ਤੇ ਮੈਂ ਆਪੇ ਕਰ ਲਾਂਗਾ ਬਾਕੀ ਬੰਦੋਬਸਤ, ਤੂੰ ਲੈ ਤੇ ਜਾ। ਅੱਛਾ। ਬਹਰਾਲ ਚਲੇ ਗਏ ਆ ਉੱਥੇ, ਅਲਹਮਦੁਲਿਲਾ। ਫਿਰ ਉਹ ਆਪਣੇ ਘਰ ਦਾ ਬੂਹਾ ਤੇ ਪਤਾ ਹੁੰਦਾ ਨਾ ਕਿ ਕਿਹੜੇ ਪਾਸੇ ਹੈ। ਤੇ ਇੱਕ ਦਿਨ ਰਾਤ ਦੀ ਇੱਕ ਉਚੋਵਾਈ ਲੱਗੀ ਸੀ ਕਿ ਪੈਸਾ ਕਮਾਉਣਾ ਹੈ। ਅੱਛਾ। ਤੇ ਦਿਨ ਰਾਤ ਫਿਰ ਵਾਹੇ ਨੇ ਅਜ਼ਾਨਾ ਹੋ ਜਾਂਦੀਆਂ ਸੀ, ਰਾਤ ਨੂੰ ਕੰਮ ਕਰਦੀਆਂ ਤੇ ਦਿਨੇ ਫਿਰ ਕੰਪਨੀ ਚ। ਅੱਛਾ। ਬਹਰਾਲ ਬੜੀ ਜਫਾਕਸ਼ੀ ਨਾਲ ਵਕਤ ਗੁਜ਼ਾਰਿਆ, ਲੇਕਿਨ ਲੋਕ ਉਸ ਵਕਤ ਅੱਛੇ ਸਨ। ਠੀਕ। ਔਰ ਸਰ ਚੌਧਰੀ ਹਜ਼ਰਤ ਜ਼ਫਰੁल्लाह ਖਾਨ ਸਾਹਿਬ ਦੇ ਨਾਮ ਦੀ ਵਜ੍ਹਾ ਨਾਲ ਅਹਿਮਦੀਆਂ ਦੀ ਵੈਸੇ ਕਦਰ ਵੀ ਸੀ। ਅੱਛਾ। ਹੱਥ ਚੋਂ। ਲੇਕਿਨ ਆਸਤਾ ਉਹ 18-19 ਸਾਲਾਂ 'ਚ ਫਿਰ ਇਹੀ ਵੇਖਿਆ ਸੀ ਕਿ ਉਹ ਲੋਕ ਜਿਹੜੇ ਪੁਰਾਣੇ ਜਿਹੜੇ ਜਾਣਦੇ ਸੀ ਕਿ ਚੌਧਰੀ ਜ਼ਫਰੁल्लाह ਖਾਨ ਸਾਹਿਬ ਦਾ ਸਾਡੇ ਤੇ ਕੀ ਇਹਸਾਨ ਹੈ, ਉਹ ਆਸਤਾ ਖਤਮ ਹੋ ਗਏ। ਨਵੀਂ ਪੌਧ, ਫਿਰ ਤੁਹਾਨੂੰ ਪਤਾ ਨਵੀਂ ਪੌਧ ਹੁੰਦੀ ਹੈ। ਹਾਂਜੀ। ਬਹਰਾਲ ਪਾਕਿਸਤਾਨੀਆਂ ਨੂੰ ਬੜੀ ਕਦਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ, ਕਿਉਂਕਿ ਪਾਕਿਸਤਾਨ ਨੇ ਬੜੇ ਮੁਲਕਾਂ ਦੀ ਮਦਦ ਕੀਤੀ। ਵਿਚਾਰਾ ਅੱਜ ਪਾਕਿਸਤਾਨ ਖੁਦ ਕਸ਼ਕੋਲ ਲੈ ਕੇ ਫਿਰਦਾ ਪਿਆ ਥਾਂ ਤੇ, ਲੇਕਿਨ ਲੀਬੀਆ ਦੇ ਵੀ ਇਹੀ ਹਾਲਾਤ ਹੋ ਗਏ। ਲੇਕਿਨ ਉਸ ਟਾਈਮ ਤੁਸੀਂ ਖੂਬ ਪੈਸਾ ਫਿਰ ਪਾਕਿਸਤਾਨ ਕੋਲ ਆਇਆ, ਕੋਈ ਉੱਥੇ ਜ਼ਮੀਨਾਂ ਖਰੀਦੀਆਂ, ਕੋਈ ਬਿਲਡਿੰਗ ਪਾਈ, ਜਾਂ ਐਨੇ ਪੈਸੇ?
अच्छा अल्हम्दुलिल्लाह उत्थे गए हैं, बच्चे भी पढ़े, खर्च भी चलाया, ਜ਼ਮੀਨ ਖਰੀਦੀ, ਮਕਾਨ ਬਣਾਇਆ, ਅਲਹਮਦੁਲਿल्लाह। अच्छा ਉਹ ਤੇ ਫਿਰ ਤੁਹਾਨੂੰ ਪਤਾ ਫਰਕ ਪੈ ਹੀ ਜਾਂਦਾ ਹੈ। हाँ हाँ फर्क पैंदा क्योंकि उस टाइम लिबिया जाना ही बड़ी गल सी नाजरीन। ਬਿਲਕੁਲ ਜੀ। हाँ जी नाजरीन, क्योंकि ਅਸੀਂ ਚਾਹੁੰਦੇ ਕਿ ਇਹ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਤੁਹਾਡੇ ਕੋਲ ਮਾਲੂਮਾਤ ਛੋਟੀਆਂ ਮੋਟੀਆਂ ਹੱਸੀ ਮਜ਼ਾਕ ਦੀਆਂ ਗੱਲਾਂ ਵੀ ਕੀਤੀਆਂ ਪਤਾ ਕੀਤੀਆਂ ਜਾਣ, ਕਿਉਂਕਿ ਤੁਹਾਡੀਆਂ ਗੱਲਾਂ ਸੁਣ ਕੇ ਫਿਰ ਲੋਕਾਂ 'ਚ ਵੀ ਆਉਂਦਾ ਹੈ, ਜਜ਼ਬਾ ਪੈਦਾ ਹੁੰਦਾ ਹੈ ਕਿ ਅਸੀਂ ਵੀ ਕੁਝ ਸ਼ੇਰੋ ਸ਼ਾਇਰੀ ਕਰੀਏ, कुछ सुनाइए, कोई अपने वाक़यात दसिए। नाज़रीन अगर आप भी हमें कुछ ना कुछ बताना चाहते हैं, कोई हंसी मजाक की, ਇੱਕ ਛੋਟੀ ਜੀ ਹੋਰ ਪੰਜਾਬੀ ਗਜ਼ਲ ਸੁਣਨਾ ਤੇ ਮੈਂ ਤੁਹਾਨੂੰ ਅਗਲੇ ਪ੍ਰੋਗਰਾਮ ਚ ਲਵਾਂਗਾ, ਕਿਉਂਕਿ 10-12 ਮਿੰਟ ਦਾ ਹੋ ਗਿਆ ਤੇ ਲੋਕੀ ਕਹਿੰਦੇ ਨੇ ਅਸੀਂ ਸਾਡੇ ਕੋਲ ਟਾਈਮ ਕੋਈ ਨਹੀਂ, ਟਿਕਟੌਕ ਅਸੀਂ ਦੇਖ ਲੈਂਦੇ ਨੇ ਲੋਕੀ, ਤੇ ਇਨਸ਼ਾਅੱਲਾ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਹੋਰ, ਕਿਉਂਕਿ ਅੱਜ ਤੁਹਾਡੇ ਨਾਲ ਅਸੀਂ ਨਾ ਸਿਰਫ ਤੁਹਾਡੀ ਸ਼ੇਰੋ ਸ਼ਾਇਰੀ ਸੁਣਨ ਦੀ ਜ਼ਹਿਮਤ ਉਠਾਈ ਹੈ, ਬਲਕਿ ਅਸੀਂ ਤੁਹਾਡੇ ਕੋਲ ਬੜੇ ਪਿਆਰੇ ਵਾਕਿਆਤ ਗੱਲਾਂ 'ਚ ਪਤਾ ਲੱਗ ਗਏ ਕਿ ਕਿੱਥੇ ਪਿਆਰੀ ਹਸਤੀ ਦਾ ਤੁਸੀਂ ਜ਼ਿਕਰ ਕੀਤਾ, ਕਿ ਬਹੁਤ ਹੀ ਪਿਆਰੇ ਵਜੂਦ ਹਜ਼ਰਤ ਚੌਧਰੀ ਜ਼ਫਰੁੱਲਾ ਖਾਨ ਸਾਹਿਬ ਦਾ ਤੁਸੀਂ ਜ਼ਿਕਰ ਕਰ ਦਿੱਤਾ, ਲੀਬੀਆ ਦੇ ਹਾਲਾਤ ਦੱਸ ਦਿੱਤੇ, ਔਰ ਸਾਰੇ ਗੱਲਾਂ 'ਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ, ਲੋਕਾਂ ਨੂੰ ਖੁਦ ਪਤਾ ਲੱਗ ਗਿਆ ਹੋਵੇਗਾ। ਤੇ ਇਨਸ਼ਾਅੱਲਾ ਅਗਲੀ ਦਫਾ ਮੈਂ ਤੁਹਾਡੇ ਕੋਲੋਂ ਨਜ਼ਮ ਵੀ ਸੁਣਾਂਗਾ ਔਰ ਤੁਹਾਡੇ ਕੋਲੋਂ ਵਾਕਿਆਤ ਵੀ ਪੁੱਛਾਂਗਾ, प्यारी बस्ती ਦੀਆਂ ਗੱਲਾਂ पूछेंगे, जिथे जिथे ਤੁਸੀਂ रहे होते ਦੀਆਂ ਗੱਲਾਂ पूछेंगे। नाज़रीन अगर आप भी हमारे साथ कोई प्रोग्राम करना चाहते हैं तो अभी व्हाट्सएप पे मैसेज कीजिए और हमारे साथ मिल जाइए और जुड़ जाइए और देखिए और सब्सक्राइब कर लीजिएगा। यकीनन हमारे प्रोग्राम ऐसे हैं जो फैमिली के साथ बैठ के देखे जा सकते हैं। नसीर को अगले प्रोग्राम तक इजाज़त दीजिए। ये था आज का प्रोग्राम। अस्सलामु अलैकुम व रहमतुल्लाह।